ਇਸ ਵੇਲੇ ਸੰਗਤ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂਸਰ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਮਸਲਾ ਕੋਈ ਵੱਡਾ ਬਣ ਗਿਆ, ਖੇਤਾਂ ਵਿੱਚ ਕਿਸਾਨ ਨਹੀਂ ਦਿਸਦਾ। ਮਸਲਾ ਕੋਈ ਵੱਡਾ ਬਣ ਗਿਆ, ਖੇਤਾਂ ਵਿੱਚ ਕਿਸਾਨ ਨਹੀਂ ਦਿਸਦਾ। ਅੰਨਦਾਤਾ ਸੜਕਾਂ ਤੇ ਬਹਿ ਗਿਆ, ਅੰਨਦਾਤਾ ਸੜਕਾਂ ਤੇ ਬਹਿ ਗਿਆ, ਵੱਟਾਂ ਦੇ ਨਾਲ ਮੋਹ ਹੈ ਜਿਸਦਾ। ਜਿਹੜਾ ਠੰਡਾ ਸ਼ਾਂਤ ਸੀ ਰਹਿੰਦਾ, ਜਿਹੜਾ ਠੰਡਾ ਸ਼ਾਂਤ ਸੀ ਰਹਿੰਦਾ, ਉਹ ਵੀ ਅੱਜ ਕੱਲ ਰੋਹ ਵਿੱਚ ਦਿਸਦਾ। ਮਸਲਾ ਕੋਈ ਵੱਡਾ ਬਣ ਗਿਆ, ਖੇਤਾਂ ਵਿੱਚ ਕਿਸਾਨ ਨਹੀਂ ਦਿਸਦਾ। ਬੱਬਲ, ਇਹ ਕੋਈ ਰੱਬੀ ਗੱਲ ਹੈ, ਬੱਬਲ ਇਹ ਕੋਈ ਰੱਬੀ ਗੱਲ ਹੈ, ਬੰਦਿਆਂ ਦਾ ਇਹ ਵੱਲ ਨਹੀਂ ਦਿਸਦਾ। ਮਸਲਾ ਕੋਈ ਵੱਡਾ ਬਣ ਗਿਆ, ਖੇਤਾਂ ਵਿੱਚ ਕਿਸਾਨ ਨਹੀਂ ਦਿਸਦਾ। ਅੰਨਦਾਤਾ ਸੜਕਾਂ ਤੇ ਬਹਿ ਗਿਆ, ਵੱਟਾਂ ਦੇ ਨਾਲ ਮੋਹ ਹੈ ਜਿਸਦਾ, ਵੱਟਾਂ ਦੇ ਨਾਲ ਮੋਹ ਸੀ ਜਿਸਦਾ। ਦੋਸਤੋ, ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਸ਼ੁਰੂਆਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਕਿਸਾਨੀ ਦਾ ਆਪਣੇ ਹੱਕਾਂ ਦੇ ਲਈ ਘੋਲ ਚੱਲ ਰਿਹਾ ਉਹਦੇ ਬਾਰੇ 'ਚ। ਸੋ ਆਓ, ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ, ਜੋ ਕਿ ਸਾਡੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਡੇ ਨਾਲ ਮੌਜੂਦ ਹੋਣਗੇ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਜੀ, ਮੌਜੂਦਾ ਹਾਲਾਤ ਅਸੀਂ ਦੇਖ ਰਹੇ ਹਾਂ, ਡੇ ਬਾਈ ਡੇ ਅਸੀਂ ਜਿਹੜਾ ਹੈ ਦੇਖ ਰਹੇ ਹਾਂ, ਅੱਖ ਰੱਖ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਕਿਸਾਨੀ ਦਾ ਇਹ ਜੋ ਮਹਾ ਯੁੱਧ ਛਿੜਿਆ ਹੋਇਆ ਹੈ ਉਹ ਕਿੱਥੇ ਪਹੁੰਚ ਰਿਹਾ ਹੈ। ਡੇ ਬਾਈ ਡੇ ਕੀ ਪ੍ਰੋਗਰੈਸ ਹੋ ਰਹੀ ਹੈਗੀ ਹੈ, ਸਿਚੁਏਸ਼ਨ ਵਰਸਟ ਹੋ ਰਹੀ ਹੈ, ਗੁੱਡ ਹੋ ਰਹੀ ਹੈ, ਆਪਾਂ ਸਾਰਾ ਕੁਝ ਦੇਖ ਰਹੇ ਹੈਗੇ ਆ। ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜੇ ਹੁਣ ਸਰਕਾਰ ਉਸ ਗੱਲ ਤੇ ਅੜੀ ਹੋਈ ਹੈ ਕਿ ਉਹਨੇ ਇਹ ਵੀ ਮੰਨ ਲਿਆ ਵੀ ਹਾਂ ਵੀ ਗਲਤੀਆਂ ਵੀ ਬਹੁਤ ਹੈ, ਔਰ ਕਿਸਾਨਾਂ ਨੇ ਆਪਣੀਆਂ ਕਾਨਫਰੰਸਾਂ ਦੇ ਰਾਹੀਂ ਦੱਸ ਵੀ ਦਿੱਤਾ ਕਿ ਐਡੀਆਂ ਵੱਡੀਆਂ ਇਹਦੇ ਵਿੱਚ ਕਮੀਆਂ ਨੇ, ਹਨਾ ਜੀ, ਫੇਰ ਵੀ ਸਰਕਾਰ ਉੱਤੇ ਅੜੀ ਹੋਈ ਹੈ ਕਿ ਨਹੀਂ, ਅਸੀਂ ਇਹਨੂੰ ਜਿਹੜਾ ਕਾਨੂੰਨ ਲਾਗੂ ਕਰਕੇ ਹੀ ਹਟਾਂਗੇ, ਹਨਾ ਜੀ। ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀਆਂ ਗੱਲਾਂ ਬਾਤਾਂ ਨੂੰ, ਤੇ ਨਾਲ ਦੀ ਨਾਲ ਜਿਹੜਾ ਸੰਘਰਸ਼ ਉੱਠਿਆ, ਇੰਨੀ ਸਪੀਡ ਨਾਲ ਉੱਠਿਆ, ਤੇ ਹੁਣ ਬਾਕੀ ਦੇਸ਼ ਦੇ ਵਿੱਚ ਵੀ ਉਹ ਇੱਕ ਸੁਰ ਹੋਣਾ ਸ਼ੁਰੂ ਹੋ ਗਿਆ। ਹਰੇਕ ਸੂਬਾ ਜਿਹੜਾ ਹੈਗਾ ਆ ਆਪਣੇ ਲੋਕਲ ਲੈਵਲ ਤੇ ਵੀ ਕਹਿ ਲਓ ਉਹਨਾਂ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਇਸ ਅੰਦੋਲਨ ਦੇ ਲਈ। ਕਿਸ ਤਰ੍ਹਾਂ ਦੇਖਦੇ ਹੋ ਸਿਚੁਏਸ਼ਨ ਨੂੰ, ਜਾਂ ਕੀ ਤੁਹਾਡਾ ਦਿਮਾਗ ਕਹਿ ਰਿਹਾ ਕਿ ਸੰਘਰਸ਼ ਕਿੱਥੇ ਪਹੁੰਚਿਆ, ਕਿਹੜੀ ਦਿਸ਼ਾ 'ਚ ਹੈ, ਕਿਸ ਤਰ੍ਹਾਂ ਐਨਾਲਾਈਜ਼ ਕਰਦੇ ਹੋ? ਹਾਂਜੀ ਬੱਬਲ ਸਾਹਿਬ, ਤੁਹਾਡੀਆਂ ਪਹਿਲੀ ਕਵਿਤਾ ਨੇ ਤੇ ਬਿਲਕੁਲ ਸਾਰਾ ਕੁਝ ਸਮਾਂ ਪਿਕਾਰੀ ਦਿੱਤਾ ਹੈ ਕਿ ਕਿਸਾਨ ਜਿਨ੍ਹਾਂ ਨੂੰ ਆਪਣੇ ਵੱਟਾਂ ਦੇ ਨਾਲ ਪਿਆਰ ਆ ਜੀ, ਉਹ ਅੱਜ ਖੇਤਾਂ ਦੇ ਵਿੱਚ ਨਹੀਂ ਦਿਸਦਾ। ਤੇ ਵਾਕਈ ਬਿਲਕੁਲ ਗੱਲ ਸਹੀ ਹੈ ਕਿ ਜੋ ਹੁਕਮਰਾਨ ਸਰਕਾਰਾਂ ਨੇ ਜੀ, ਜਦੋਂ ਉਹਨਾਂ ਦੀ ਨੀਤੀ 'ਚ ਖੋਟ ਦਿਸਣ ਲੱਗ ਪਵੇ ਤੇ ਉਹਦੇ ਵਿੱਚੋਂ ਜਿਸ ਤਰ੍ਹਾਂ ਹੁਣ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਕਲਯੁਗ ਦੀ ਘੋਰ ਨਿਸ਼ਾਨੀ ਹੈ ਇਸ ਵੇਲੇ ਕਿ ਜਿਸ ਕਿਸਾਨ ਨੂੰ ਐਡਾ ਬੜਾ ਉੱਚਾ ਦਰਜਾ ਕਿਰਦਾਰ ਦਿੱਤਾ ਗਿਆ ਹੋਵੇ, ਅੱਜ ਤੋਂ ਨਹੀਂ ਸਦੀਆਂ ਤੋਂ। ਗੁਰੂ ਨਾਨਕ ਦੇਵ ਜੀ ਦਾ ਵੀ ਫਰਮਾਨ ਸੀ ਕਿ ਇਹ ਤਨ ਧਰਤੀ, ਆਪਣੇ ਜੇ ਸਰੀਰ ਨੂੰ ਤੁਸੀਂ ਧਰਤੀ ਮੰਨ ਲਓ ਤੇ ਬੀਜ ਕਰਮਾ ਕਰੋ, ਜਿਹੜੇ ਤੁਹਾਡੇ ਕਰਮਾ ਉਹਨਾਂ ਨੂੰ ਬੀਜ ਮੰਨ ਲਓ। ਸਲਿਲ ਆ ਪਾਓ ਸਾਰੰਗ ਪਾਣੀ, ਤੇ ਪਰਮਾਤਮਾ ਦੇ ਨਾਮ ਦਾ ਪਾਣੀ ਦੇ ਨਾਲ ਇਹਨੂੰ ਸਿੰਜੋ। ਫਿਰ ਕਿਹਾ ਕਿ ਮਨ ਕਿਰਸਾਨ ਹਰ ਹਿਰਦੇ ਜਮਾਏ ਲਏ, ਇਉਂ ਪਾਵੋ ਪਦ ਨਿਰਵਾਣੀ। ਸੋ ਉਹ ਗੁਰੂ ਨਾਨਕ ਦੇਵ ਜੀ ਨੇ 552 ਸਾਲ ਪਹਿਲਾਂ ਇਹੋ ਇੱਕ ਮਨ ਨੂੰ ਕਿਰਸਾਨ ਦੇ ਨਾਲ ਬਣਾ ਕੇ, ਮਨ ਨੂੰ ਕਿਰਸਾਨ ਬਣਾ ਕੇ ਇਸ ਤਰ੍ਹਾਂ ਦੀ ਖੇਤੀ ਕਰੋ ਕਿ ਤੁਹਾਨੂੰ ਮੁਕਤੀ ਦਾ ਮਾਰਗ ਤੱਕ ਇਹੋ ਲਿਜਾ ਸਕਦੀ ਹੈ ਖੇਤੀ। ਸੋ ਇਹ ਇੱਕ ਬਹੁਤ ਹੀ ਉੱਚਾ ਕਿਰਦਾਰ ਹੈ ਕਿਸਾਨ ਦਾ, ਕਿਉਂਕਿ ਇਹਦੀ ਜਿਹੜੀ ਇਸ ਕਿਰਦਾਰ ਦੀ ਸਭ ਤੋਂ ਵੱਡੀ ਕੁਆਲਿਟੀ ਹੈ ਕਿ ਹਰ ਇੱਕ ਜੋ ਕਿਸਾਨ ਹੈ ਉਹ ਇਨਸਾਫ ਪਸੰਦ ਕਿਰਦਾਰ ਹੈ ਜੀ। ਜਸਟਿਸ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਕਿਰਤ ਦੇ ਵਿੱਚ ਹੀ ਜਸਟਿਸ ਹੈ। ਹੁਣ ਉਹ ਧਰਤੀ ਦੀ ਜਦੋਂ ਆਪਣੇ ਖੇਤਾਂ ਦੇ ਵਿੱਚ ਹਲ ਚਲਾਉਂਦੇ ਨੇ, ਉੱਥੇ ਕੋਈ ਉਹ ਮਤਲਬ ਇਸ ਤਰ੍ਹਾਂ ਦੀ ਹੇਰਾਫੇਰੀ ਨਹੀਂ ਕਰ ਸਕਦੇ ਵੀ ਅੱਛਾ ਇੱਥੋਂ ਆ ਛੱਡ ਦਈਏ, ਇੱਥੋਂ ਕਰ ਲਈਏ, ਹੈ ਨਾ।
ਜੇ ਬੀਜ ਪਾਉਂਦੇ ਆ, ਜਦੋਂ ਜ਼ਮੀਨ ਨੂੰ ਤਿਆਰ ਕਰਨਾ ਉਹ ਵੀ ਕੁਆਲਿਟੀ ਦੀ ਤਿਆਰੀ, ਜਦੋਂ ਬੀਜ ਪਾਉਣਾ ਉਹ ਵੀ ਕੁਆਲਿਟੀ ਦਾ, ਫਿਰ ਤਨ ਮਨ ਧਨ ਦੇ ਨਾਲ ਸੇਵਾ ਕਰਨੀ, ਜੋ ਮਿਹਨਤ ਕਰਨੀ, ਮਸ਼ੱਕਤ ਕਰਨੀ, ਇਹ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦੀ ਖੋਟ ਜਾਂ ਕੋਈ ਕਮੀ ਜਾਂ ਕੋਈ ਲੇਜ਼ੀਨੈਸ। ਸੋ ਇਹ ਇੱਕ ਬਹੁਤ ਹੀ ਉੱਚਾ ਸੁੱਚਾ ਕਿਰਦਾਰ ਹੈ ਕਿ ਜਿਹਦੇ ਨਾਲ ਸਾਨੂੰ ਕਦੀ ਸੁਪਨੇ 'ਚ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦੇ ਕਿਰਦਾਰ ਨੂੰ ਧੋਖਾ ਦੇਣ ਦੀ ਕੋਈ ਸਾਜ਼ਿਸ਼ ਰਚੀ ਜਾਵੇ ਜੀ। ਸੋ ਜਿਹੜੀ ਹਾਲਾਤ ਹੁਣ ਇਸ ਤਰ੍ਹਾਂ ਬਣ ਗਏ ਨੇ ਕਿ ਅੱਜ 18ਵੇਂ ਦਿਨ ਦੇ ਵਿੱਚ ਇਹ ਸੰਘਰਸ਼ ਪਹੁੰਚ ਗਿਆ ਜੀ। 18 ਦਿਨ ਤੇ ਚਲੋ ਇਹ ਤਾਂ ਹੁਣ ਜਿਹੜਾ ਉਹ ਤੋਂ ਪਹਿਲਾਂ ਜਿਹੜਾ 2 ਮਹੀਨੇ ਆਪਣੇ ਪੰਜਾਬ ਦੇ ਵਿੱਚ ਆਪਣੇ ਉਹ ਰੇਲ ਸੜਕਾਂ ਰੋਕੋ ਅੰਦੋਲਨ ਹਰ ਜਗ੍ਹਾ ਕਿੱਥੇ ਕਿੰਨੇ ਉਹਨਾਂ ਦੇ ਮਤਲਬ ਅੰਦੋਲਨ ਚੱਲਦਾ ਰਿਹਾ, ਪਰ ਇਹ ਲੱਗ ਰਿਹਾ ਕਿ ਸਰਕਾਰਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ। ਹਾਲੇ ਵੀ ਉਹ ਦੇਖ ਰਹੇ ਨੇ ਜਿਸ ਤਰ੍ਹਾਂ ਕਿ ਨਾ ਕੋਈ ਦੁਸ਼ਮਣ ਦੇਖਦਾ ਕਿ ਦੁਸ਼ਮਣ ਸਮਝ ਕੇ, ਕਿਸਾਨਾਂ ਨੂੰ ਦੁਸ਼ਮਣ ਸਮਝ ਕੇ ਦੇਖ ਰਹੇ ਨੇ ਕਿ ਇਹ ਕਿੰਨੀ ਕੁ ਤਾਕਤ ਹੈ, ਕਿੰਨੇ ਕੁ ਪਾਣੀ 'ਚ ਨੇ ਉਹ ਜੀ। ਸੋ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਹਦੇ ਵਿੱਚ ਸੱਚ ਤੇ ਹੱਕ ਦੀ ਕਮਾਈ ਵਾਲੇ ਕਿਰਦਾਰ ਦੀ ਸਫਲਤਾ ਹੋਵੇ ਜੀ, ਤੇ ਸਰਕਾਰਾਂ ਨੂੰ ਵੀ ਇਹਦੇ ਚੋਂ ਬਹੁਤ ਸਿੱਖਣ ਲਈ ਮਿਲ ਜਾਏਗਾ ਕਿ ਜਿਹੜੇ ਦੇਖੋ ਜਿਹੜਾ ਪਾਪੀ ਝੂਠਾ ਇਨਸਾਨ ਉਹਨੂੰ ਪਾਪ ਨੂੰ ਪਿਆਰ ਕਰਦਾ, ਉਹਨੂੰ ਪਾਪ ਚੰਗਾ ਲੱਗਦਾ, ਜਿਹੜਾ ਸੱਚ ਤੇ ਧਰਮੀ ਬੰਦਾ ਉਹਨੂੰ ਸੱਚ ਚੰਗਾ ਲੱਗਦਾ। ਸੋ ਇਹਨਾਂ ਦੇ ਉੱਤੇ ਫਿਰ ਜਿਹੜੀ ਖੇਲ ਹੈ, ਤੁਸੀਂ ਦੱਸ ਦਿੱਤਾ ਕਿ ਇੱਕ ਰੱਬੀ ਖੇਲ ਇਹ ਦਿਸ ਰਹੀ ਹੈ ਇਸ ਵੇਲੇ ਦਾ ਜੀ, ਕਿ ਜਦੋਂ ਤੁਸੀਂ ਕਾਨੂੰਨ ਬਣਾਇਆ ਕਿਸਾਨਾਂ ਦੇ ਨਾਲ ਕੀ ਕੰਸਲਟੇਸ਼ਨ ਹੋਈ, ਕੀ ਡਿਸਕਸ਼ਨ ਹੋਇਆ ਜੀ, ਤੁਸੀਂ ਫਾਇਦਾ ਕਰਨਾ ਚਾਹੁੰਦੇ ਹੋ, ਫਾਇਦਾ ਉਹ ਉਹਨਾਂ ਦੀ ਸਮਝ 'ਚ ਆ ਵੀ ਰਿਹਾ ਕਿ ਨਹੀਂ ਜੀ। ਉਹਨਾਂ ਦੇ ਨਾਲ ਕੋਈ ਕੰਸਲਟੇਸ਼ਨ ਨਹੀਂ ਹੋਈ, ਫਿਰ ਜਿਹੜੀ ਤੁਹਾਡੀ ਕਨਸਟੀਟਿਊਸ਼ਨਲ ਪ੍ਰੋਸੈਸ ਹੈ ਉਹ ਫੋਲੋ ਨਹੀਂ ਹੋਈ, ਤੇ ਤੁਸੀਂ COVID-19 ਦੀ ਆੜ ਦੇ ਵਿੱਚ ਉਹ ਕਾਨੂੰਨ ਫਟਾਫਟ ਪਾਸ ਕਰਕੇ ਇੱਕ ਅੱਖੀ ਘੱਟਾ ਪਾਉਣੇ ਵਾਲਾ ਕੰਮ ਕੀਤਾ ਜੀ, ਜਿਹਦੇ ਉੱਤੇ ਹੁਣ ਸਾਰੇ ਕਿਸਾਨਾਂ ਦੀ ਬੜੇ ਬੁੱਧੀਜੀਵੀ ਸਾਰੇ ਦੇਸ਼ ਤੇ ਜੇ ਕਹੋ ਕਿ ਬਹੁਤੀ ਜੇ ਤੁਸੀਂ ਡੈਮੋਕ੍ਰੈਟਿਕ ਫੋਰਸਿਸ ਦੀ ਗੱਲ ਕਰੋ ਕਿ ਜਿਹੜੀ ਸੰਗਤ ਹੈ, ਜਿਹੜਾ ਸਮਾਜ ਹੈ, ਜਿਹੜੇ ਮਿਹਨਤੀ ਕਿਸਾਨ ਹਨ ਤੇ ਇਹਨਾਂ ਦੇ ਉੱਤੇ ਜਿਹੜੇ ਡਿਪੈਂਡੈਂਟ ਹੋਰ ਕਲਾਸਿਸ ਨੇ, ਬਿਜ਼ਨਸਮੈਨ, ਆਮ ਜਨਤਾ, ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਚੀਜ਼ ਦੇ ਪੱਖ ਵਿੱਚ ਹੈ ਕਿ ਇਹ ਕਿਸਾਨਾਂ ਦੇ ਨਾਲ ਧੋਖਾ ਹੋਇਆ ਜੀ। ਹੁਣ ਇੱਥੇ ਤੱਕ ਵੀ ਹੈ ਕਿ ਐਡਾ ਲੰਮਾ ਸੰਘਰਸ਼ ਖਿੱਚਣ ਤੋਂ ਬਾਅਦ ਸਰਕਾਰਾਂ ਮੰਨ ਵੀ ਗਈਆਂ ਵੀ ਚਲੋ ਇਸ ਕਾਨੂੰਨ 'ਚ ਅਸੀਂ ਅਮੈਂਡਮੈਂਟ ਕਰ ਲੈਂਦੇ ਜੀ। ਜਦ ਕਾਨੂੰਨ ਉਹ ਸਮਝਦੇ ਨੇ ਵੀ ਕਾਨੂੰਨ ਅਮੈਂਡਮੈਂਟ ਕਰਨ ਦੇ ਲਾਇਕ ਨੇ, ਕਾਨੂੰਨਾਂ ਦੇ ਵਿੱਚ ਕਮੀਆਂ ਹੈਗੀਆਂ ਮੰਨਦੇ ਨੇ, ਤਾਂ ਫਿਰ ਉਹਨਾਂ ਨੂੰ ਵਾਪਸ ਲੈਣ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਵੀ ਕੀ ਤਕਲੀਫ ਹੈ। ਉਹਨਾਂ ਨੇ ਕੀ ਕਰਨਾ, ਕਿਸਾਨ ਕੀ ਕਰ ਰਹੇ ਨੇ ਕਿ ਸਾਡੇ ਨਾਲ ਬੇਸਿਕ ਐਗਰੀਮੈਂਟ ਕਰੋ ਕਿ ਹਾਂ ਇਹਨਾਂ ਦੇ ਵਿੱਚ ਕਮੀਆਂ ਨੇ, ਇਹਨਾਂ ਦੇ ਵਿੱਚ ਜਿਹੜੀ ਕੰਸਲਟੇਸ਼ਨ ਹੋਣੀ ਚਾਹੀਦੀ ਉਹ ਨਹੀਂ ਹੋਈ, ਜਿਹੜੀ ਪ੍ਰੋਸੈਸ ਫੋਲੋ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਜੀ, ਕਰਕੇ ਅਸੀਂ ਵਾਪਸ ਲੈ ਕੇ ਉਹ ਤੋਂ ਬਾਅਦ ਸਾਰੀਆਂ ਧਿਰਾਂ ਨੂੰ ਅਸੀਂ ਕੌਨਫੀਡੈਂਸ ਦੇ ਵਿੱਚ ਲੈ ਕੇ ਜੀ ਦੁਬਾਰਾ ਜਦੋਂ ਸਾਰਿਆਂ ਦੀ ਤਸੱਲੀ ਜਦ ਹੈ ਹੀ ਇਹੋ ਕਿਸਾਨਾਂ ਦੇ ਫਾਇਦੇ ਲਈ, ਤੇ ਉਹਦੇ ਝਗੜਾ ਫਿਰ ਕਿਸ ਗੱਲ ਦਾ ਜੀ। ਤੇ ਜਦੋਂ ਸਾਰਿਆਂ ਦੀ ਤਸੱਲੀ ਹੋ ਜਾਏਗੀ ਤੇ ਕਿਸਾਨਾਂ ਨੂੰ ਵੀ ਇਹ ਸੁਜੈਸ਼ਨ ਦੇਣ ਕਿ ਭਾਈ ਤੁਸੀਂ ਆਪਣੀ ਇੱਕ ਸਟਰੋਂਗ ਲੀਗਲ ਟੀਮ ਤਿਆਰ ਕਰੋ ਜਿਨ੍ਹਾਂ ਦੇ ਨਾਲ ਅਸੀਂ ਕੰਸਲਟ ਕਰਾਂਗੇ ਜੀ, ਤੇ ਉਹ ਤੋਂ ਬਾਅਦ ਹੀ ਜਦੋਂ ਤੁਹਾਡੀ ਤਸੱਲੀ ਹੋਏਗੀ ਤੇ ਕਾਨੂੰਨ ਪਾਸ ਕਰਾਂਗੇ। ਤੁਸੀਂ ਆਪਣਾ ਜਾ ਕੇ ਆਰਾਮ ਦੇ ਨਾਲ ਜੀ ਖੇਤਾਂ ਦੇ ਵਿੱਚ ਜੋ ਆਪਣਾ ਕੰਮ ਕਰ ਰਹੇ ਹੋ ਨਿਤੜਕ ਹੋ ਕੇ ਉਹ ਕੰਮ ਕਰੋ। ਸਾਡੀ ਤਾਂ ਕੋਈ ਇਰਾਦਾ ਹੀ ਨਹੀਂ ਸੀ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਜੀ, ਬਿਲਕੁਲ। ਇੰਨਾ ਸਟਰੋਂਗਲੀ ਫੀਲ ਕਰ ਰਹੇ ਹੋ ਕਿ ਤੁਹਾਡੀ ਹੋਂਦ ਦਾ ਹੀ ਇਸ ਵੇਲੇ ਇਹਦਾ ਕੁਐਸਚਨ ਹੈ ਵੀ ਸਾਡੀ ਹੋਂਦ ਮਿਟਾਉਣੇ ਵਾਲਾ ਕੰਮ ਹੈ ਇਹ ਤਾਂ ਬਹੁਤ ਸਾਡੀ ਸੋਚ 'ਚ ਬਹੁਤ ਫਰਕ ਆ। ਅਸੀਂ ਇਹਨਾਂ ਨੂੰ ਵਾਪਸ ਲੈਂਦੇ ਆ ਤੇ ਜਦੋਂ ਸਾਡਾ ਕੌਨਫੀਡੈਂਸ ਬਿਲਡ ਅਪ ਹੋ ਗਿਆ ਕਿ ਹਾਂ ਇਹ ਵਾਕਿਆ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਤੇ ਕਿਸਾਨਾਂ ਦੀ ਸਮਝ 'ਚ ਵੀ ਇਹ ਗੱਲ ਆ ਜਾਏ ਤੇ ਫਿਰ ਅਸੀਂ ਇਹਨੂੰ ਦੁਬਾਰਾ ਲਾਗੂ ਕਰਾਂਗੇ। ਸੋ ਰੌਲਾ ਤੇ ਨਹੀਂ ਹੈ। ਤੇ ਉਹ ਤੋਂ ਬਾਅਦ ਫਿਰ ਸਾਰੀ ਹੁਣ ਜਿਹੜੀ ਪੋਲੀਟੀਕਲ ਕਹਾਣੀ ਹੈ ਉਹ ਤੇ ਫਿਰ ਬਿਗਰ ਪਿਕਚਰ ਮੈਂ ਹੁਣ ਇਹੀ ਕਹਾਂਗਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੀ ਹੈ ਜੀ, ਆਪ ਸਮਤ ਬਖਸ਼ ਕੇ ਇਹਦੇ ਵਿੱਚੋਂ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਜੀ, ਖਾਸ ਕਰਕੇ ਹੁਣ ਹਰ ਵੇਲੇ ਇਹ ਗੱਲ ਆ ਰਹੀ ਹੈ ਅਸੀਂ ਕੋਈ ਕਿਉਂਕਿ ਇਸ ਮੋਰਚੇ ਦੇ ਵਿੱਚੋਂ ਕਿਸਾਨਾਂ ਦੀ ਜੋ ਲਹਿਰ ਹੈ ਦੇ ਵਿੱਚੋਂ ਸਿੱਖੀ ਜਜ਼ਬਾਤ ਬੜਾ ਉਮੜ ਰਿਹਾ ਜੀ, ਫਿਰ ਵੀ ਕਿਤੇ ਨਾ ਕਿਤੇ ਆਵਾਜ਼ ਆਤੀ ਹੈ ਕਿ ਇਹਨੂੰ ਧਾਰਮਿਕ ਰੰਗ ਨਾ ਦੇ ਦਿਓ, ਇਹਨੂੰ ਧਾਰਮਿਕ ਰੰਗ ਨਾ ਦੇ ਦਿਓ ਜੀ। ਇਹ ਜਿਹੜਾ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ, ਇਹ ਕੋਈ ਸੋਚ ਹੈ ਗੁਰੂ ਨਾਨਕ ਦੀ ਸੋਚ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਹੈ, ਖਾਲਸਾ ਪੰਥ ਦੀ ਸੋਚ ਹੈ, ਉਹਦੇ ਨਾਲ ਨਹੀਂ ਕੀਤਾ ਜਾ ਸਕਦਾ ਜੀ। ਉਸ ਪਾਸੋਂ ਮੈਨੂੰ ਥੋੜਾ ਜਿਹਾ ਇਥੋਂ ਉਦਾਸੀ ਜ਼ਰੂਰ ਹੁੰਦੀ ਹੈ ਕਿ ਜੋ ਰੋਲ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਪਾਉਣਾ ਚਾਹੀਦਾ ਜੀ,
ਉਹ ਨਹੀਂ ਦਿਸ ਰਿਹਾ। ਪਰ ਹਾਂ ਇਹ ਹੈ ਕਿ ਜੋ ਸਿੱਖੀ ਜਜ਼ਬਾਤ ਹੈ ਉਹ ਬਿਲਕੁਲ ਉਹਦਾ ਹੜ ਦਿਸ ਰਿਹਾ, ਤੇ ਇਹਦੇ ਵਾਹਿਗੁਰੂ ਭਲੀ ਕਰੇਗਾ ਤਾਂ ਕੋਈ ਇਸ ਤਰ੍ਹਾਂ ਦੀ ਲੀਡਰਸ਼ਿਪ ਨਿਕਲੇਗੀ। ਬਿਲਕੁਲ ਜੀ। ਇਹਦੇ ਨਾਲ ਇਹ ਪੰਜਾਬ ਦਾ ਜਿਹੜਾ ਸੰਤਾਪ ਹੈ ਉਹਦਾ ਐਂਡ ਹੋਏਗਾ, ਤੇ ਜਿਹੜਾ ਸਤਿਯੁਗ ਸਾਡੇ ਗੁਰੂ ਨਾਨਕ ਦੇਵ ਜੀ ਦੀ, ਗੁਰੂਆਂ ਦੀ ਸੋਚ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਵਿੱਚ, ਸਰਬੱਤ ਦੇ ਭਲੇ ਦੀ ਸੋਚ ਦੇ ਵਿੱਚ ਜੋ ਇੱਕ ਸੱਚਖੰਡ ਅਸੀਂ ਦੇਖ ਰਹੇ ਹਾਂ ਪੰਜਾਬ, ਉਹ ਸਾਨੂੰ ਦੇਖਣ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਸਾਹਮਣੇ ਆਵੇਗਾ ਜੀ। ਬਿਲਕੁਲ ਅਰਦਾਸ ਕਰਦੇ, ਇਹੋ ਹੀ ਆਸ ਕਰਦੇ ਹਾਂ। ਪਰ ਬੜੀ ਦੁੱਖ ਦੀ ਗੱਲ ਹੈ ਕਿ ਸੰਘਰਸ਼ ਇਸ ਲੈਵਲ ਤੇ ਪਹੁੰਚਿਆ ਹੈ ਜੀ। ਬਿਲਕੁਲ ਜੀ। ਅਟਵਾਲ ਜੀ ਤੁਸੀਂ ਬੜੀ ਖੂਬਸੂਰਤੀ ਨਾਲ ਦੱਸਿਆ ਕਿ ਹੱਲ ਬੜਾ ਸਿੰਪਲ ਹੈ, ਬਹੁਤ ਹੀ ਜ਼ਿਆਦਾ ਸਿੰਪਲ ਹੈ। ਜੇ ਪਹਿਲੀ ਵਾਰ ਵੈਸੇ ਦੇਖਿਆ, ਬੜੀ ਮਤਲਬ ਕਿ ਹਾਸੋਹੀਣੀ ਜੀ ਗੱਲ ਹੈ ਕਿ ਬੰਦਾ ਕੋਈ ਮੰਨ ਲਓ ਦੂਜੇ ਬੰਦੇ ਦਾ ਬਹੁਤ ਵੱਡਾ ਫਾਇਦਾ ਕਰਨ ਲਈ ਤਿਆਰ ਬੈਠਾ ਹੋਵੇ ਤੇ ਬੰਦਾ ਕਹਿੰਦਾ ਮੈਨੂੰ ਇਹ ਫਾਇਦਾ ਚਾਹੀਦਾ ਹੀ ਨਹੀਂ। ਬੜੀ ਇਹ ਇੱਕ ਅਜੀਬ ਸਥਿਤੀ ਪੈਦਾ ਹੋਈ ਹੈ, ਸ਼ਾਇਦ ਦੁਨੀਆ 'ਚ ਪਹਿਲੀ ਵਾਰੀ ਇਹ ਚੀਜ਼ ਪੈਦਾ ਹੋਈ ਹੋਣੀ ਹੈ। ਚਲੋ ਗੱਲ ਇਹ ਹੈ ਕਿ ਨਹੀਂ, ਦੇਖੋ ਸੰਗਤਾਂ ਨੇ ਦੇਖ ਲਿਆ ਨਾ ਕਿ ਨੋਟਬੰਦੀ ਦਾ ਫਾਇਦਾ ਜਿੱਥੇ ਅਸੀਂ ਤਾਂ ਦੇਖੋ ਅਸੀਂ ਕੋਈ ਐਕਸਪਰਟ ਨਹੀਂ, ਅਸੀਂ ਕੋਈ ਲੀਗਲ ਐਕਸਪਰਟ ਨਹੀਂ, ਅਸੀਂ ਕੋਈ ਕਿਸੇ ਆਰਗੇਨਾਈਜੇਸ਼ਨ ਦੇ ਲੀਡਰ ਨਹੀਂ ਜੀ। ਤੁਸੀਂ ਵੀ ਤੇ ਦਾਸ ਵੀ ਇੱਕ ਆਮ ਸੰਗਤ ਦਾ ਰਿਪਰੈਜ਼ੈਂਟੇਟਿਵ ਹੈ, ਜੋ ਇੱਕ ਆਮ ਆਦਮੀ ਦੀ ਸੋਚ ਹੈ ਉਹੀ ਅਸੀਂ ਸੰਗਤ ਦੇ ਨਾਲ ਆਪਣਾ ਇੱਕ ਦਰਦ ਸਾਂਝਾ ਕਰ ਰਹੇ ਹਾਂ। ਅਸੀਂ ਐਕਸਪਰਟ ਨਹੀਂ ਹੈਗੇ। ਹੁਣ ਜੇ ਅਸੀਂ ਨੋਟਬੰਦੀ ਦੀ ਗੱਲ ਵੀ ਕਰੀਏ ਕਿ ਕੋਈ ਵੀ NRI ਇਸ ਤਰ੍ਹਾਂ ਦਾ ਨਹੀਂ ਜਿਹੜਾ ਮਤਲਬ ਉਹਨਾਂ ਦੇ ਲਈ ਕੀ ਹੁੰਦਾ 25,000 ਰੁਪਇਆ 50,000 ਰੁਪਇਆ ਕਿ ਤੁਸੀਂ ਨਾਲ, ਕਿਉਂਕਿ ਜਦੋਂ ਤੁਸੀਂ ਸਾਰਿਆਂ ਨੂੰ ਪਤਾ ਕਿ ਇੱਥੋਂ ਲੈ ਕੇ ਇੱਥੋਂ ਜਾਂਦੇ ਇੰਡੀਆ ਤੇ ਤੁਹਾਨੂੰ ਅਲਾਉਡ ਹੈ ਅਪ ਟੂ $5,000 ਤੁਸੀਂ ਕੈਸ਼ 'ਚ ਲਿਆ ਸਕਦੇ ਹੋ। ਹਾਂਜੀ। ਸੋ ਜੇ $5,000 ਤੁਸੀਂ ਲਿਜਾ ਸਕਦੇ ਹੋ, ਓਬਵੀਅਸਲੀ ਤੁਸੀਂ ਸੋਚੋਗੇ ਕਿ ਕਦੀ 1-2 ਲੱਖ ਰੁਪਇਆ ਤੁਸੀਂ ਨਾਲ ਲੈ ਵੀ ਆਏ, ਮੁੜ ਕੇ ਫਿਰ ਜਾਣਾ ਤੇ ਬੈਂਕਾਂ ਦੇ ਚੱਕਰ ਲਾਉਣ ਨਾਲੋਂ ਕਿ ਤੁਸੀਂ ਉਹ ਫਿਰ ਖਰਚ ਲਓਗੇ ਨਾ ਜੀ। ਤੁਸੀਂ ਨੋਟਬੰਦੀ ਦੇ ਦੌਰਾਨ ਹੀ ਦੇਖੋ ਕਿ ਕਿੱਡਾ ਬੜਾ ਇਹੋ ਰੂਲ ਬਣਾ ਦਿੱਤਾ ਕਿ ਜਿਹੜੇ NRI ਹੈ ਉਹ 25,000 ਰੁਪਏ ਤੋਂ ਜ਼ਿਆਦਾ ਕੈਸ਼ ਹੀ ਨਹੀਂ ਆਪਣੀ ਜਮ੍ਹਾਂ ਨਹੀਂ ਕਰਵਾ ਸਕਦੇ ਜੀ ਜੀ। ਤੇ ਉਹ 25,000 ਦੀ ਲਿਮਿਟ ਕਿੱਥੋਂ ਆਈ ਹੈ? ਇਹਨਾਂ ਤਾਂ ਕੋਈ ਇਹ ਵੀ ਸੋਚੇਗਾ ਕਿ ਉਹਨੂੰ ਘੱਟੋ ਘੱਟ ਜੇ ਕੋਈ ਟਿਕਟ ਲਾ ਕੇ ਇੰਡੀਆ ਜਾਏਗਾ, ਕਿਹੜਾ ਹੈ ਕਿ ਜਿਹੜਾ 50,000 ਦਾ ਟਿਕਟ ਲਾ ਕੇ ਇੰਡੀਆ 25,000 ਰੁਪਏ ਆਪਣਾ ਬੈਂਕ 'ਚ ਜਮ੍ਹਾਂ ਕਰਾਉਣ ਜਾਏਗਾ ਜੀ। ਸੋ ਇਹ ਕਾਨੂੰਨ ਦੇਖੋ ਬਿਲਕੁਲ ਇੱਕ ਅੱਖੀ ਘੱਟਾ ਪਾਉਣੇ ਵਾਲਾ ਕੰਮ ਹੋ ਰਿਹਾ। ਹੁਣ ਕਿਸਾਨ ਕਿਸ ਤਰ੍ਹਾਂ ਮੰਨਣ? ਤੁਸੀਂ ਕਿਸਾਨ ਇੱਕ ਆਮ ਮਿਹਨਤੀ ਹੈ, ਆਪਣੀ ਮਿਹਨਤ ਦੀ ਕਮਾਈ, ਸੱਚ ਅਤੇ ਹੱਕ ਦੀ ਕਮਾਈ ਦੇ ਉੱਤੇ ਡਿਪੈਂਡੈਂਟ ਹੈ। ਜਿਹਦਾ ਮੈਂ ਦੱਸਿਆ ਕਿ ਕਿਰਦਾਰ ਹੀ ਇੱਕ ਇਮਾਨਦਾਰ ਕਿਰਦਾਰ ਹੈ, ਇੱਕ ਜੋ ਸਿੱਖੀ ਕਿਰਦਾਰ ਦੇ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ ਹੈ। ਜਿਸ ਤਰ੍ਹਾਂ ਮੈਂ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਤੁਹਾਨੂੰ, ਜੋ ਸਾਡੀ ਸੋਚ ਹੀ ਹੈ ਜੀ, ਇਹ ਉਹ ਅਸੀਂ ਚਲੋ ਅੱਜ ਅਸੀਂ ਕਿਰਸਾਨੀ ਦੇ ਕਿਰਦਾਰ ਦੇ ਉੱਤੇ ਹੀ ਜੇ ਗੱਲ ਕਰੀਏ, ਸਿੱਖੀ ਦਾ ਕਿਰਦਾਰ ਲੈ ਕੇ ਆਵਾਂਗੇ ਤੇ ਫਿਰ ਉਹ ਗੱਲ ਹੋ ਜਾਏਗੀ ਜਿਹਨਾਂ ਤੁਸੀਂ ਹੁਣ ਧਰਮ ਨੂੰ ਵਿੱਚ ਲੈ ਆਏ ਹੋ, ਹਨਾ ਜੀ। ਸੋ ਇਹ ਇੱਥੋਂ ਸਾਨੂੰ ਪਤਾ ਹੀ ਹੈ ਕਿ ਸਾਡੇ ਨਾਲ 1947 ਚ ਇਨਸਾਫ ਨਹੀਂ ਹੋਇਆ ਜੀ। ਉਸ ਤੋਂ ਬਾਅਦ ਪੰਜਾਬੀ ਸੂਬਾ ਬਣਿਆ, ਉਹਦਾ ਇਨਸਾਫ ਨਹੀਂ ਹੋਇਆ ਜੀ। ਉਹ ਤੋਂ ਬਾਅਦ 1978 ਦੇ ਵਿੱਚ ਨਿਰੰਕਾਰੀਆਂ ਦੇ ਨਾਲ ਝੜਪ ਹੋਈ, ਉਹਦਾ ਇਨਸਾਫ ਨਹੀਂ ਮਿਲਿਆ। 1984 ਦਾ ਸੰਤਾਪ ਤੇ ਘਰ ਘਰ ਦੀ ਕਹਾਣੀ ਬਣ ਗਈ ਜੀ। ਉਹ ਤੁਸੀਂ ਐਡਾ ਬੜਾ ਆਰਮੀ ਦਾ ਐਕਸ਼ਨ ਹੋਇਆ, ਪੂਰੀ ਆਰਮੀ ਇਸ ਤਰ੍ਹਾਂ ਵਰਤੀ ਗਈ ਕਿ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੇ ਨਾਲ ਲੜਾਈ ਹੁੰਦੀ ਹੈ ਜੀ। ਫਿਰ ਹਰ ਇੱਕ ਸਿੱਖ ਨੂੰ ਟੋ ਕੇ ਪੂਰੀ ਸਰਕਾਰੀ ਮਸ਼ੀਨਰੀ ਨੇ ਪੰਜਾਬ ਤੋਂ ਬਾਹਰ 30,000 ਸਿੱਖ ਸਿਰਫ ਇਸੇ ਕਰਕੇ ਕਤਲ ਕਰ ਦਿੱਤਾ ਕਿ ਉਹਨਾਂ ਦੇ ਸਿਰ ਤੇ ਪਗੜੀ ਹੈ ਜਾਂ ਉਹਨਾਂ ਦੇ ਕੇਸ ਰੱਖੇ ਹੋਏ ਨੇ ਜਾਂ ਉਹਨੀ ਕੜਾ ਪਾਇਆ ਹੋਇਆ ਜੀ। ਇਹ ਹੁਣ ਦੱਸੋ ਵੀ ਇਹ ਫਿਰ ਵੀ ਮਤਲਬ ਇੰਨਾ ਸੰਤਾਪ ਭੋਗਣ ਤੋਂ ਬਾਅਦ ਜਾ ਕੇ ਹੁਣ ਜਦ ਸੇਕ, ਇਸ ਜ਼ੁਲਮ ਦਾ ਸੇਕ ਹੁਣ ਘਰ ਘਰ ਪਹੁੰਚ ਗਿਆ ਤੇ ਹੁਣ ਇਹ ਭਾਂਬੜ ਮਚੇ ਹੋਏ ਨੇ ਇਸ ਵੇਲੇ ਜੀ। ਇਹਦੇ ਵਿੱਚੋਂ ਜ਼ੁਲਮ ਦਾ ਅੰਤ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਜ਼ੁਲਮ ਦਾ ਅੰਤ ਹੋਵੇ। ਕਿ ਇੱਥੇ ਦੇਖੋ ਹੋਰ ਇੱਕ ਕਿੰਨੀ ਘਿਨਾਉਣੀ ਇੱਕ ਵਿੱਚ ਸਾਜ਼ਿਸ਼ ਦੇ ਨਾਲ ਕਿਹਾ ਜਾ ਰਿਹਾ ਕਿ ਇਹਨਾਂ 'ਚ ਜੀ ਖਾਲਿਸਤਾਨੀ ਆਨਸਰ ਆ ਗਏ ਨੇ, ਇਹਨਾਂ ਦੇ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ ਜੀ। ਇਹ ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਹ ਤੇ ਉਹੀ ਖਾਲਿਸਤਾਨੀ ਨੇ ਜਿਹਨੇ 1947 ਦੇ ਵਿੱਚ ਫੈਸਲਾ ਕੀਤਾ ਸੀ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ, ਅਸੀਂ ਭਾਰਤ ਦੇ ਨਾਲ ਰਹਿਣਾ। ਹੁਣ ਗੱਲ ਇੱਥੇ ਹੈ ਕਿ ਭਾਰਤ ਦੇ ਵਿੱਚ ਉਹਦੀ ਸਾਨੂੰ ਨਾਲ ਰੱਖਣ ਵਾਲੀ ਗੱਲ ਕੀਤੀ ਕਿਹੜੀ ਆ ਅੱਜ ਤੱਕ ਜੀ। ਕਹਿੰਦੇ ਹੁੰਦੇ ਚੋਰ ਨੂੰ ਆਪਣਾ ਹੀ ਪਾਲਾ ਜੀ, ਚੋਰ ਨੂੰ ਆਪਣਾ ਹੀ ਪਾਲਾ। ਇਸ ਗੱਲ ਦਾ ਕਿ ਵੀ ਸਿੱਖ ਤਾਂ ਅਸੀਂ ਇੰਨਾ ਕੁਝ ਕੀਤਾ, ਇਹ ਫਿਰ ਵੀ ਇਹਨਾਂ ਦੀ ਫਿਰ ਵੀ ਇਹ ਦੇਸ਼ ਭਗਤੀ ਨੇ ਹਾਲੇ ਤੱਕ ਵੀ, ਕਿਉਂਕਿ ਜੇ ਤੁਸੀਂ ਕੁਰਬਾਨੀਆਂ ਪੂਰੇ ਦੇਸ਼ ਲਈ ਦਿੱਤੀਆਂ ਤੇ ਕਿਹੜਾ ਚਾਹੇਗਾ ਕਿ ਸਾਨੂੰ ਇੱਕ ਟੁਕੜੇ 'ਚ ਬਿਠਾ ਦਿੱਤਾ ਜਾਵੇ ਖਾਲਿਸਤਾਨ ਬਣਾ ਕੇ ਜੀ। ਅਸੀਂ ਤੇ ਦੇਖੋ ਸਾਨੂੰ ਚਾਹੀਦੇ ਨੇ, ਆਪਣਾ ਹੱਕ ਚਾਹੀਦਾ, ਸਾਨੂੰ ਆਪਣਾ ਬਰਾਬਰ ਸਿਟੀਜ਼ਨ ਦਾ ਰਾਈਟ ਚਾਹੀਦਾ, ਸਾਨੂੰ ਇਹ ਨਾ ਹੋਵੇ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਹੋਵੇ।
ਜੀ ਇਹ ਹੈ ਕਿ ਸਰਕਾਰਾਂ ਤੁਲੀਆਂ ਹੋਈਆਂ ਨੇ ਕਿ ਹੁਣ ਆਪਣਾ ਛੋਟਾ ਜਿਹਾ ਖਾਲਿਸਤਾਨ ਲੈ ਕੇ ਪਿੱਛੇ ਬਹਿ ਜਾਣ ਇੱਕ ਪਾਸੇ। ਸੋ ਇਹਨੂੰ ਅਸੀਂ ਉਸ ਪਾਸੇ ਨੂੰ ਵੀ ਨਾ ਲੈ ਕੇ ਜਾਈਏ। ਇਹ ਜਿਹੜਾ ਸੰਘਰਸ਼ ਹੈ, ਇਹ ਸੰਘਰਸ਼ ਬੜਾ ਸੱਚਾ ਸੁੱਚਾ, ਇੱਕ ਸੱਚੇ ਸੁੱਚੇ ਕਿਰਦਾਰ ਦੇ ਵਿੱਚ ਉੱਠਿਆ ਹੈ ਜੀ। ਵਾਹਿਗੁਰੂ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਸਰਕਾਰਾਂ ਨੂੰ ਵੀ ਪਰਮਾਤਮਾ ਸਮਤ ਬਖਸ਼ੇ ਕਿ ਇੰਨੀ ਘਿਨਾਉਣੀ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਕਿ ਜਿਸ ਕੌਮ ਨੇ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਨਾਲ ਇੰਨਾ ਨੁਕਸਾਨ 1947 ਦੇ ਵਿੱਚ ਇਸ ਕੌਮ ਨੇ ਝੱਲਿਆ, ਆਪਣਾ ਪੰਜਾਬ ਦੀ ਵੰਡ ਹੋਈ, ਉਜਾੜਾ ਹੋਇਆ, ਫਿਰ ਵੀ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਰਲ ਕੇ ਦੇਸ਼ ਦੀ ਤਰੱਕੀ 'ਚ ਵੱਧ ਤੋਂ ਵੱਧ ਹਿੱਸਾ ਪਾਇਆ। ਗ੍ਰੀਨ ਰੈਵੋਲੂਸ਼ਨ ਲਿਆਂਦਾ, ਵਾਈਟ ਰੈਵੋਲੂਸ਼ਨ ਲਿਆਂਦਾ, ਤੇ ਫਿਰ ਵੀ ਤੁਸੀਂ ਉਹਨਾਂ ਦੇ ਹੱਥਾਂ 'ਚ AK-47 ਫੜਾ ਕੇ ਹਟੇ। ਉੱਥੇ ਵੀ ਫਿਰ ਵੱਧ ਤੋਂ ਵੱਧ ਤੁਸੀਂ ਵਰਤੋਂ ਕਰਕੇ ਹਰ ਇੱਕ ਸੰਘਰਸ਼ ਨੂੰ ਐਨ ਕੁਚਲਿਆ। ਤੇ ਹੁਣ ਵੀ ਜਿਹੜੇ ਆਪਣੇ ਸੱਚ ਅਤੇ ਹੱਕ ਦੀ ਆਵਾਜ਼ ਨੂੰ ਨਹੀਂ ਪਛਾਣਦੇ। ਸੋ ਇਹ ਇਸ ਵੇਲੇ ਜਿਹੜਾ ਸਿੱਖਾਂ ਦੇ ਵਾਸਤੇ ਇਸ ਸੰਘਰਸ਼ ਦੇ ਨਾਲ ਜੋ ਰਿਲੇਸ਼ਨ ਹੈ ਬਹੁਤ ਹੀ ਇੰਪੋਰਟੈਂਟ ਹੈ। ਹਰ ਇੱਕ ਸਿੱਖ ਬੁੱਧੀਜੀਵ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਥੇ ਕਿੱਡੀ ਬੜੀ ਸਾਜ਼ਿਸ਼ ਇਹਦੇ ਪਿੱਛੇ ਹੋ ਰਹੀ ਹੈ। ਸਰਕਾਰਾਂ ਦਾ ਕੰਮ ਹੁੰਦਾ ਕਿ ਜਿਹੜੇ ਇਕਨੋਮਿਕਸ ਹੈ, ਡਿਮਾਂਡ ਐਂਡ ਸਪਲਾਈ ਦੇ ਜੋ ਬੈਲੈਂਸ ਹੈ ਉਹਨੂੰ ਬਰਾਬਰ ਰੱਖਣਾ, ਜਿਹੜੀ ਮੋਨੋਪੋਲੀਜ਼ ਹੋ ਰਹੀ ਹੈ ਉਹਨਾਂ ਮੋਨੋਪੋਲੀਜ਼ ਨੂੰ ਕੰਟਰੋਲ 'ਚ ਰੱਖਣਾ। ਇੱਥੇ ਤੇ ਹੁਣ ਦਿਸ ਰਿਹਾ ਕਿ ਸਿਰਫ ਦੋ 4 ਪਰਿਵਾਰ ਹੀ ਪੂਰੇ ਦੇਸ਼ ਦੇ ਮਾਲਕ ਬਣ ਕੇ ਬੈਠਣ ਨੂੰ ਤਿਆਰ ਨੇ ਜੀ। ਉਹ ਹਰ ਪਾਸਿਓਂ ਜਿਸ ਐਂਗਲ ਤੋਂ ਵੀ ਦੇਖਿਆ ਜਾਵੇ ਤੇ ਇੱਕ ਹੋਰ ਕਲਯੁਗ ਦੀ ਨਿਸ਼ਾਨੀ ਦਿਸ ਰਹੀ ਹੈ। ਪਰ ਕਿੱਥੇ ਹੁਣ ਕਿਸਾਨਾਂ ਦਾ ਜੋ ਕਿਰਦਾਰ ਹੈ, ਮੈਨੂੰ ਲੱਗਦਾ ਉਹਦੇ ਅੱਗੇ ਜਿਹੜੀਆਂ ਸ਼ਰਾਰਤੀ ਤਾਕਤਾਂ ਜ਼ਰੂਰ ਘੋਟਣੇ ਆਪਣੇ ਗੋਡੇ ਟੇਕਣਗੀਆਂ। ਤੇ ਇਹੋ ਹੀ ਅਰਦਾਸ ਹੀ ਹੈ। ਪਰ ਇਹਦੇ 'ਚ ਹੁਣ ਮੈਂ ਇੱਕ ਸੰਗਤਾਂ ਨੂੰ ਇਹ ਜ਼ਰੂਰ ਕਿ ਸਾਡਾ ਇਹ ਪ੍ਰੋਗਰਾਮ ਹੀ ਰੀਬੂਟ ਪੰਜਾਬ ਦਾ ਹੈ ਕਿ ਪੰਜਾਬ ਇਸ ਵੇਲੇ ਇੱਕ ਉਸ ਚੁਰਾਹੇ ਤੇ ਖੜਾ ਹੈ ਕਿ ਜਿੱਥੇ ਹਰ ਇੱਕ ਸਿੱਖ ਨੂੰ, ਹਰ ਇੱਕ ਪੰਜਾਬ ਦਰਦੀ ਨੂੰ ਨਾਲ ਜਿਸ ਤਰ੍ਹਾਂ ਵੀ ਸੇਵਾ ਇਸ ਸੇਵਾ ਪਾ ਸਕਦੇ ਹੋ ਪਾਉਣੀ ਚਾਹੀਦੀ ਹੈ। ਜਿੱਥੋਂ ਸਾਡੇ ਸੰਗਤ TV, ਸੰਗਤ ਟਰੱਸਟ ਵੱਲੋਂ ਉੱਥੋਂ ਅਟੁੱਟ ਲੰਗਰ ਵਰਤ ਰਹੇ ਨੇ, ਲੰਗਰ ਸੇਵਾ 'ਚ ਹਿੱਸਾ ਪਾ ਸਕਦੇ ਹੋ। ਮੈਡੀਕਲ ਏਡ ਚੱਲ ਰਹੀ ਹੈ, ਮੈਡੀਕਲ ਏਡ 'ਚ ਹਿੱਸਾ ਪਾ ਸਕਦੇ ਹੋ ਜੀ। ਸਭ ਤੋਂ ਵੱਡਾ ਪ੍ਰੋਜੈਕਟ ਸਾਡਾ ਜਿਹੜਾ ਅਸੀਂ ਹਰ ਵੀਕ ਕਰਦੇ ਹਾਂ ਉਹ ਹੈਗਾ ਕਿ ਐਜੂਕੇਸ਼ਨ ਦੇ ਵਿੱਚ ਜਿੰਨੇ ਕਲਗੀਧਰ ਟਰੱਸਟ ਦੇ ਸਕੂਲ ਨੇ ਉਹ ਸਾਰੇ ਪਿੰਡਾਂ ਦੇ ਵਿੱਚ, ਮੋਸਟਲੀ ਪਿੰਡਾਂ ਦੇ ਵਿੱਚ ਕਿਸਾਨਾਂ ਵਾਸਤੇ, ਕਿ ਸਾਨੂੰ ਪਤਾ ਕਿ ਕਿਸਾਨਾਂ ਦੇ ਬੱਚੇ ਰੁੜ ਜਾਣਗੇ। ਬਾਬਾ ਜੀ ਦੀ ਬਹੁਤ ਦੂਰ ਅੰਦੇਸ਼ੀ ਸੀ ਇਸ ਪਾਸੇ ਨੂੰ ਕਿ ਜਿਹੜਾ ਥੋੜਾ ਬਹੁਤ ਵੈਲ ਆਫ ਹੈਗਾ, ਅਮੀਰ ਹੈਗਾ, ਉਹ ਬੱਚੇ ਆਪਣੇ ਬਾਹਰ ਵੀ ਪੜ੍ਹਾ ਸਕਦਾ ਕਿਤੇ ਵੀ। ਪਰ ਜਿਹੜੇ ਕਿਸਾਨਾਂ ਦੇ ਬੱਚੇ ਜੇ ਹੀ ਨਹੀਂ ਇਹ ਵਿੱਦਿਆ ਪਾਸੇ ਨਹੀਂ ਗਏ, ਖਾਸ ਕਰਕੇ ਜਿਹੜੀ ਗੁਰਮਤਿ ਦੀ ਵਿੱਦਿਆ ਉਸ ਪਾਸੇ ਨਹੀਂ ਗਏ, ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਕਿ ਅਸੀਂ ਆਪ ਆਪਣੀ ਫੈਮਿਲੀ 'ਚ ਦੇਖਿਆ ਕਿ ਜ਼ਮੀਨਾਂ 20 ਤੋਂ 10 ਏਕੜ ਤੋਂ 5 ਏਕੜ ਤੋਂ ਜਦੋਂ ਅੱਗੇ ਤੋਂ ਅੱਗੇ ਵੰਡ ਹੋਈ ਜਾਂਦੀਆਂ ਤੇ ਪੜ੍ਹਾਈ ਵਾਲੇ ਪਾਸੇ ਨੂੰ ਬਿਲਕੁਲ ਸਾਡੀ ਕਿਸਾਨ ਫੈਮਿਲੀ ਦਾ ਰੁਝਾਨ ਹੈ ਹੀ ਨਹੀਂ ਸੀ ਸ਼ੁਰੂ ਤੋਂ। ਇਹ ਤਾਂ ਜਿੰਨਾ ਚਿਰ ਤੁਹਾਡੀ ਜ਼ਮੀਨ 5 ਏਕੜ ਤੋਂ ਥੱਲੇ ਨਹੀਂ ਆਉਂਦੀ ਉਹਨਾਂ ਚਿਰ ਤੁਸੀਂ ਸੋਚਦੇ ਨਹੀਂ ਕਿ ਅਸੀਂ ਪੜ੍ਹਾਈ ਕਰਨੀ ਹੈ। ਸਾਡੇ ਪਰਿਵਾਰ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਜੀ। ਸਾਡੇ ਪਿਤਾ ਜੀ ਪਿੰਡ ਛੱਡ ਕੇ ਦਿੱਲੀ ਆਏ, ਸਾਡੇ ਕੋਲ ਵੀ ਕੋਈ ਹੋਰ ਰਾਹ ਨਹੀਂ ਸੀ ਕਿ ਐਜੂਕੇਸ਼ਨ ਤੋਂ ਬਿਨਾਂ। ਸੋ ਇਹ ਇੱਕ ਦੂਰ ਅੰਦੇਸ਼ੀ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ, ਧਾਰਮਿਕ ਪੱਖੋਂ ਵੀ, ਇਕਨੋਮਿਕ ਪੱਖੋਂ ਵੀ ਤੇ ਪੋਲੀਟੀਕਲ ਪੱਖੋਂ, ਹਰ ਪੱਖੋਂ ਇਹ ਇੱਕ ਐਸਾ ਮੂਵ ਸੀ ਜਿਹਨੂੰ ਕਿ ਹਰ ਇੱਕ ਸਿੱਖ, ਹਰ ਇੱਕ ਪੰਜਾਬ ਦਰਦੀ, ਹਰ ਇੱਕ ਪੰਥ ਦਰਦੀ ਇਹ ਕੋਸ਼ਿਸ਼ ਕਰੇ ਕਿ ਇਹ ਇਸ ਪਾਰਟ ਦਾ ਹਿੱਸਾ ਬਣੇ ਕਿ ਜਿਹੜੀ ਵਿੱਦਿਆ ਕਲਗੀਧਰ ਟਰੱਸਟ ਦੇ ਰਹੇ ਨੇ, ਜਿਹਦੇ ਵਿੱਚ ਸਿੱਖੀ ਸਰੂਪ ਨੂੰ ਮਹੱਤਤਾ ਦਿੱਤੀ ਗਈ ਹੈ, ਨੰਬਰ 1 ਪ੍ਰਾਇਓਰਟੀ, ਨਿਤਨੇਮ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸ਼ਬਦ ਗੁਰੂ ਦਾ ਗਿਆਨ ਹੈ ਉਹਨੂੰ ਨੰਬਰ 1 ਪ੍ਰਾਇਓਰਟੀ ਦਿੱਤੀ ਗਈ ਹੈ। ਇਹ ਜਿਹੜਾ ਕਿਸਾਨੀ ਦਾ ਕਿਰਦਾਰ ਵੀ ਇਹਦੇ ਵਿੱਚੋਂ ਹੀ ਇਹੋ ਨਿਕਲਦਾ ਹੈ ਕਿ ਇਹਨੂੰ ਜਿਹੜਾ ਇੱਕ ਡਿਸਿਪਲਿਨ, ਸਿੱਖੀ ਡਿਸਿਪਲਿਨ ਹੈ, ਬੜਾ ਇਹਦੇ ਨਾਲ ਮੈਚ ਖਾਂਦਾ। ਤੋ ਜਿਹੜੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਅਸੂਲ ਹੈ ਉਹ ਬਿਲਕੁਲ ਕਿਸਾਨੀ ਕਿਰਦਾਰ ਦੇ ਨਾਲ ਮੈਚ ਖਾਂਦੇ ਨੇ। ਸੋ ਜਿਹੜੇ ਸਾਰੀਆਂ ਪ੍ਰੋਬਲਮ ਦਾ ਜੜ ਅਸੀਂ ਦੱਸਦੇ ਹਾਂ ਮੁੜ ਕੇ ਫਿਰ ਇਹੋ ਐਜੂਕੇਸ਼ਨ ਹੀ ਹੈ ਕਿ ਇਹੋ ਹੀ ਕਿਸਾਨ ਜਿਹੜੇ ਕਿ ਅੰਮ੍ਰਿਤਧਾਰੀ ਫੈਮਿਲੀ ਜਿਨ੍ਹਾਂ ਦੀ 1-1, 2-2 ਏਕੜ ਜ਼ਮੀਨ ਹੈ, ਉਹ ਬਿਲਕੁਲ ਸਿਰਫ ਆਪਣਾ ਘਰ ਦਾ ਰੋਟੀ ਪਾਣੀ ਦਾ ਗੁਜ਼ਾਰਾ ਹੀ ਮਸੀਂ ਚਲਾ ਸਕਦੇ, ਉਹ ਬੱਚਿਆਂ ਦੀ ਫੀਸਾਂ ਨਹੀਂ ਦੇ ਸਕਦੇ। ਤੇ ਸਰਕਾਰਾਂ ਜਿੱਥੇ ਕਰੋੜਾਂ ਬਿਜ਼ਨਸਮੈਨ ਬਾਹਰ ਕੱਢੀ ਜਾ ਰਹੀ ਹੈ, 1-1, 2-2 ਕਰੋੜ ਦੀ ਗੱਲ ਨਹੀਂ ਹੋ ਗਈ, ਹੁਣ ਤੇ ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਬਿਜ਼ਨਸਮੈਨਾਂ ਨੂੰ ਇੱਕ ਤਰ੍ਹਾਂ ਦਾ ਉਹ ਸਰਕਾਰ ਦੀ ਸ਼ਹਿ ਦੇ ਉੱਤੇ ਉਹ ਪੈਸੇ ਲੈ ਕੇ ਜਾ ਰਹੇ ਨੇ। ਤੇ ਇੱਕ ਪਾਸੇ 1-1 ਲੱਖ ਰੁਪਏ ਪਿੱਛੇ ਕਿਸਾਨ ਖੁਦਕੁਸ਼ੀ ਕਰ ਰਿਹਾ ਤੇ ਉਹਨਾਂ ਦੇ ਬੱਚਿਆਂ ਦਾ ਬੋਝ ਕਲਗੀਧਰ ਟਰੱਸਟ ਜਿਹੜੇ ਕਿ ਫ੍ਰੀ ਐਜੂਕੇਸ਼ਨ ਦੇ ਰਹੇ ਨੇ। ਹੁਣ ਉੱਥੇ ਵੀ ਸਾਨੂੰ ਚਾਹੀਦਾ ਕਿ ਇੱਕ ਆਰਗੇਨਾਈਜੇਸ਼ਨ ਐਡੀ ਬੜੀ ਸਮੱਸਿਆ ਦਾ ਹੱਲ ਨਹੀਂ ਲੱਭ ਸਕਦੀ। ਸਾਡੇ ਕੋਲ ਅਸੀਂ ਲੱਕੀ ਹਾਂ ਕਿ 129 ਸਕੂਲ ਸਾਡੇ ਕੋਲ ਹੈਗੇ ਨੇ। ਪੂਰੇ ਪੰਜਾਬ ਨੂੰ 500 ਸਕੂਲ ਚਾਹੀਦਾ, ਲੱਖਾਂ ਬੱਚੇ ਕਿਊ 'ਚ ਵੇਟ ਕਰ ਰਹੇ ਨੇ। ਸੋ ਇਸ ਪ੍ਰੋਗਰਾਮ ਦੇ ਰਾਹੀਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸੰਘਰਸ਼ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਸੰਤਾਪ ਅਤੇ ਦਰਦ ਨੂੰ ਸਮਝਦੇ ਹੋ, ਜੇ ਕਿਸਾਨਾਂ ਦੇ ਦਰਦ ਦੇ ਨਾਲ ਤੁਹਾਡੀ ਮਾੜੀ ਵੀ ਮਤਲਬ ਸਹਿਮਤੀ ਹੈ ਜਾਂ ਤੁਸੀਂ
ਆਪਣੇ ਦਿਲ 'ਚ ਇਹਨਾਂ ਵਾਸਤੇ ਪਿਆਰ ਹੈ, ਕੁਝ ਕਰਨਾ ਚਾਹੁੰਦੇ ਹੋ, ਤੇ ਇੱਕ ਬੱਚਾ ਤੁਹਾਨੂੰ ਅਸੀਂ ਬੱਚੇ ਦਾ ਪਿੰਡ ਵੀ ਦੱਸ ਰਹੇ ਹਾਂ, ਬੱਚੇ ਨੂੰ ਤੁਸੀਂ ਮਿਲ ਵੀ ਸਕਦੇ ਹੋ, ਬੱਚੇ ਦਾ ਸਕੂਲ ਵੀ ਦੱਸ ਰਹੇ ਹਾਂ ਤੇ ਬੱਚੇ ਦੀ ਪ੍ਰੋਗਰੈਸ ਰਿਪੋਰਟ ਵੀ ਦੇ ਰਹੇ ਹਾਂ ਤੁਹਾਨੂੰ ਜੀ। ਸੋ ਇਹ ਤੋਂ ਜ਼ਿਆਦਾ ਅਸੀਂ ਹੋਰ ਕੀ ਕਰ ਸਕਦੇ ਹਾਂ ਕਿ ਜਿਹਦੇ ਨਾਲ ਤੁਹਾਡੀ ਉਹ ਤਸੱਲੀ, ਤੁਹਾਡਾ ਟਰਸਟ ਵੱਧ ਜਾਏ ਕਿ ਹਾਂ, ਇਹ ਨਹੀਂ ਕਿ ਇੱਥੇ ਪੈਸੇ ਦੀ ਕਮੀ ਹੈ, ਸੋਚ ਦੀ ਕਮੀ ਹੈ ਜੀ। ਅਸੀਂ ਇੱਕ ਬੱਚਾ ਜ਼ਰੂਰ ਸਪਾਂਸਰ ਕਰਨਾ ਇਹਨਾਂ ਕਿਸਾਨ ਫੈਮਿਲੀ ਦਾ। ਜਦੋਂ ਤੁਸੀਂ ਬੱਚੇ ਦੀ ਸਟੇਟਮੈਂਟ ਪੜ੍ਹਦੇ ਹੋ ਤੇ ਦੇਖਦੇ ਹੋ ਬੱਚੇ ਨੂੰ, ਤੇ ਤੁਹਾਡਾ ਇਸ ਵੈਬਸਾਈਟ ਤੇ ਜਾ ਕੇ ਕਦੀ ਵੀ ਵਾਪਸ ਆਉਣ ਨੂੰ ਦਿਲ ਹੀ ਨਹੀਂ ਕਰਦਾ ਕਿ ਮੈਂ ਇੱਕ ਬੱਚਾ ਨਾ ਸਪਾਂਸਰ ਕਰਾਂ। ਅਟਵਾਲ ਜੀ, ਇਹਦੇ ਵਿੱਚ ਗੱਲ ਇਸ ਤਰ੍ਹਾਂ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੇ ਬੱਚਿਆਂ ਵੱਲ ਵੀ ਜਿਹੜਾ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ, ਇਹ ਵੀ ਇੱਕ ਸੇਵਾ ਆ, ਇਹ ਵੀ ਇੱਕ ਕਿਸਾਨਾਂ ਦੀ ਸਪੋਰਟ ਹੀ ਹੈਗੀ ਹੈ। ਸੋ ਇਹਦੇ 'ਚ ਸਾਡੇ ਕੋਲ ਹੁਣ ਚੰਦ ਜਿਹੜੇ ਮਿੰਟ ਬਚੇ ਨੇ, ਚੰਦ ਲਫ਼ਜ਼ਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਜੇਕਰ ਹੁਣ ਇਸ ਟਾਈਮ ਦੇ ਵਿੱਚ ਸਪੈਸ਼ਲੀ ਕਿਸੇ ਨੇ ਫਿਲਟਰ ਡਾਊਨ ਇਹ ਕਰਨਾ ਹੋਵੇ ਤੁਹਾਡੀ ਵੈਬਸਾਈਟ ਤੋਂ ਕਿ ਫਾਰਮਰਸ ਦੇ ਕਿਹੜੇ ਬੱਚੇ ਹੈਗੇ ਨੇ, ਜਿਸ ਤਰ੍ਹਾਂ ਕਿ ਹੁਣ ਮੂਵਮੈਂਟ ਵੀ ਚੱਲੀ ਹੋਈ ਹੈ, ਸਭ ਦਾ ਧਿਆਨ ਵੀ ਇੱਧਰ ਹੈ, ਸੋ ਜੇਕਰ ਲੋਕਾਂ ਨੇ ਉਹ ਲਿਸਟ ਕੱਢਣੀ ਹੋਵੇ, ਕਿੱਥੋਂ ਕੱਢ ਸਕਦੇ ਆ ਤੇ ਤਾਂ ਕਿ ਉਹ ਸਪੈਸ਼ਲੀ ਉਹ ਸਪਾਂਸਰ ਹੋਣ? ਦੇਖੋ, ਉਹਦੇ 'ਚ ਤਾਂ ਬੜਾ ਸੌਖਾ, ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਵੈਬਸਾਈਟ ਹੈਗਾ www.educate2save.com ਜੀ। ਤੋ educate2save.com ਤੇ ਜਾਓਗੇ ਤੇ ਉੱਥੇ ਤੁਹਾਨੂੰ ਅਲੱਗ-ਅਲੱਗ, ਮੈਂ ਤਾਂ ਕਹਿੰਦਾ ਕਿ 95% ਉਹ ਕਿਸਾਨਾਂ ਦੇ ਬੱਚੇ ਹੀ ਮਿਲਣਗੇ ਤੁਹਾਨੂੰ। ਅੱਛਾ, ਕਿਸਾਨਾਂ ਦੇ ਨੇ ਜਾਂ ਮਜ਼ਦੂਰਾਂ ਦੇ ਨੇ ਜੀ, ਕਿਉਂਕਿ ਪਿੰਡਾਂ ਦੇ ਵਿੱਚ ਹੋਰ ਤੇ ਕੋਈ ਕੈਟੇਗਰੀ ਹੋਏਗੀ ਨਹੀਂ ਨਾ ਜੀ। ਉਹਦੇ ਵਿੱਚ ਵੀ ਅਸੀਂ ਦੇਖੋ, ਮੈਂ ਦੱਸਿਆ ਕਿ ਬੱਚਿਆਂ ਦੀ ਜਿਹੜੀ ਕਿਊ ਹੈ ਉਹ ਤਾਂ ਲੱਖਾਂ ਬੱਚਿਆਂ ਦੀ ਹੈ ਜੀ। 130 ਸਕੂਲਾਂ 'ਚ ਸਾਡੇ ਕੋਲ 70,000 ਬੱਚਾ, 70,000 ਮੋਸਟਲੀ ਨਿਤਨੇਮੀ ਅੰਮ੍ਰਿਤਧਾਰੀ ਬੱਚੇ ਨੇ, ਸਿੱਖ ਪਰਿਵਾਰਾਂ ਦੇ ਬੱਚੇ ਨੇ, ਪਰ ਕਿਸੇ ਹੋਰ ਜਾਤ ਨੂੰ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈਗੀ। ਤੇ ਉਹ ਜਿਹੜੇ ਬੱਚੇ ਮੋਸਟਲੀ ਕਿਸਾਨ ਪਰਿਵਾਰ ਵੀ ਅਸੀਂ ਕਰਦੇ ਹਾਂ ਕਿ ਜਿਨ੍ਹਾਂ ਨੇ ਸੁਈਸਾਈਡ ਕਰ ਲਿਆ, ਉਹਨਾਂ ਦੇ ਬੱਚੇ, ਜਾਂ ਸ਼ਹੀਦ ਪਰਿਵਾਰਾਂ ਦੇ ਬੱਚੇ, ਜਾਂ ਉਹ ਜਿਹੜੇ ਇਕਨੋਮਿਕਲੀ ਬਹੁਤ ਹੀ ਅੰਡਰ ਪ੍ਰਿਵਿਲੇਜਡ ਹੈਗੇ ਨੇ ਕਿ ਜਿਨ੍ਹਾਂ ਦੀ ਜ਼ਮੀਨ ਹੀ ਹੁਣ 1-2 ਏਕੜ ਰਹਿ ਗਈ ਹੈ ਕਿ ਗੁਜ਼ਾਰਾ ਨਹੀਂ ਚੱਲਦਾ, ਉਹਨਾਂ ਦੇ ਬੱਚੇ। ਸੋ ਇਹ ਮੋਸਟਲੀ ਇਹਦੇ 'ਚ ਕੋਈ ਇੰਨਾ ਫਿਲਟਰ ਡਾਊਨ ਕਰਨ ਦੀ ਲੋੜ ਨਹੀਂ, ਕਿਉਂਕਿ 90% ਤੋਂ ਜ਼ਿਆਦਾ ਕਿਸਾਨਾਂ ਦੇ ਬੱਚੇ ਹੀ ਨੇ। ਵੈਬਸਾਈਟ ਤੇ ਜਾਓ, ਬੱਚਾ ਚੂਜ਼ ਕਰੋ, ਆਪਣੇ ਪਿੰਡ ਦੇ ਨੇੜੇ ਤੇੜੇ ਦਾ ਕੋਈ ਬੱਚਾ ਚੂਜ਼ ਕਰ ਲਓ, ਸੋ ਕਿ ਤੁਸੀਂ ਜਾਓ ਤੇ ਉਹ ਪਰਿਵਾਰ ਨੂੰ ਵੀ ਮਿਲੋ ਤੇ ਹੋਰ ਵੀ ਉਹਨਾਂ ਦੀ ਹੈਲਪ ਕਰੋ। ਕਿਉਂਕਿ ਸਾਰੇ ਮੀਡੀਆ ਤੇ ਵੀ ਅੱਜ ਕੱਲ੍ਹ ਇਹੋ ਹੀ ਹੋ ਰਿਹਾ ਕਿ ਤੁਸੀਂ ਆਪਣੇ ਪਿੰਡ ਦੇ ਨਾਲ ਜੁੜੋ, ਪਿੰਡ ਤੋਂ ਕੌਣ ਇਸ ਸੰਘਰਸ਼ ਦੇ ਵਿੱਚ ਗਿਆ, ਉਹਨਾਂ ਦੀ ਹੈਲਪ ਕਰੋ। ਕਿਉਂਕਿ ਅੰਨ੍ਹੇਵਾਹ ਜਦੋਂ ਅਸੀਂ ਡੋਨੇਸ਼ਨ ਕਰਦੇ ਹਾਂ ਤਾਂ ਇੱਕ ਜਿਹੜੀ ਮਨੀ ਹੈ, ਇੱਕ ਪਾਵਰ ਆ, ਅਸੀਂ ਪਾਵਰ ਜਾਣੇ ਅਣਜਾਣੇ ਗਲਤ ਹੱਥਾਂ ਦੇ ਵਿੱਚ ਦੇ ਕੇ ਆਪਣੀ ਬਹੁਤ ਵੱਡਾ ਨੁਕਸਾਨ ਕਰਵਾਇਆ ਤੇ ਕਰਵਾ ਰਹੇ। ਬਿਲਕੁਲ ਜੀ, ਬਿਲਕੁਲ ਜੀ। ਸੋ ਇਹ ਸਾਡੀ ਸੰਗਤ ਅੱਗੇ ਬੇਨਤੀ ਹੈ ਕਿ ਸੰਘਰਸ਼ ਨੂੰ ਡੈਡੀਕੇਟ ਕਰਕੇ ਇੱਕ ਬੱਚਾ ਜ਼ਰੂਰ ਸਪਾਂਸਰ ਕਰੋ ਤੇ ਉਹਨਾਂ ਪਰਿਵਾਰਾਂ ਦਾ ਹੱਥ ਫੜੋ ਤੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬਿਲਕੁਲ ਅਟਵਾਲ ਜੀ, ਬਹੁਤ ਖੂਬਸੂਰਤੀ ਨਾਲ ਤੁਸੀਂ ਸਾਰਾ ਬਿਆਨ ਕੀਤਾ। ਅੱਜ ਤਾਂ ਮੈਂ ਆਪਣਾ ਜੋ ਪ੍ਰੋਗਰਾਮ ਦਾ ਫਲੋ ਸੀਗਾ ਸਾਰਾ ਸਰੈਂਡਰ ਹੀ ਕਰਤਾ, ਮੈਂ ਤੁਹਾਡੇ ਹਿਸਾਬ ਨਾਲ ਹੀ ਚਲੋ ਨੈਕਸਟ ਵੀਕ ਫੇਰ ਕਰਾਂਗੇ ਜੀ ਬਿਲਕੁਲ, ਬੜਾ ਲੰਮਾ ਜੀ ਬਿਲਕੁਲ ਜੀ, ਬਿਲਕੁਲ। ਸੋ ਗੱਲ ਇਹ ਹੈ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਉਮੀਦ ਹੈ ਕਿ ਲੋਕ ਤੁਹਾਨੂੰ ਸੁਣਨਗੇ, ਤੁਹਾਡੇ ਦਰਦ ਨੂੰ ਮਹਿਸੂਸ ਕਰਨਗੇ, ਜੋ ਗੱਲਾਂ ਤੁਸੀਂ ਕੀਤੀਆਂ ਨੇ, ਲੋਕ ਇਹਨਾਂ ਨਾਲ ਸਹਿਮਤ ਵੀ ਹੋਣਗੇ। ਚਲੋ ਜੇ ਕੋਈ ਅਸਹਿਮਤ ਵੀ ਹੈਗਾ ਆ ਤਾਂ ਵੀ ਕੋਈ ਗੱਲ ਨਹੀਂ, ਕੋਈ ਡਿਸਐਗਰੀ ਵੀ ਕਰਦਾ, ਸਾਡੇ ਤੱਕ ਆਪਣੇ ਵਿਚਾਰ ਵੀ ਕਹਿ ਲਓ ਪਹੁੰਚਾ ਸਕਦੇ ਹੈਗੇ। ਅਸੀਂ ਵੈਲਕਮ ਕਰਦੇ ਹੈਗੇ ਆ ਹਰ ਤਰ੍ਹਾਂ ਦੇ ਥੋਟਸ, ਹਰ ਤਰ੍ਹਾਂ ਦੇ ਡਿਸਕਸ਼ਨ ਨੂੰ ਅਸੀਂ ਖੁੱਲ੍ਹੇ ਦਿਲ ਨਾਲ ਅਸੈਪਟ ਕਰਦੇ ਹੈਗੇ ਆ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਐਪੀਸੋਡ। ਸੋ ਤੁਸੀਂ ਦੱਸਿਓ ਤੁਹਾਨੂੰ ਅੱਜ ਦਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ। ਜਿਸ ਤਰ੍ਹਾਂ ਕਿ ਅਟਵਾਲ ਸਾਹਿਬ ਨੇ ਕਿਹਾ, ਤੁਸੀਂ ਬੱਚਿਆਂ ਦੀ ਜਿਹੜੀ ਸਪਾਂਸਰਸ਼ਿਪ ਹੈਗੀ ਹੈ ਉਹ ਵੈਬਸਾਈਟ ਤੇ ਜਾ ਕੇ, ਬੜੂ ਸਾਹਿਬ ਦੀ ਐਜੂਕੇਟ ਟੂ ਸੇਵ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰ ਸਕਦੇ ਹੋ। ਇਹਨਾਂ ਨੇ ਦੱਸਿਆ ਕਿ ਮੈਕਸੀਮਮ ਆਲਰੇਡੀ ਕਿਸਾਨ ਹੈਗੇ ਨੇ ਜਾਂ ਬਹੁਤ ਜ਼ਿਆਦਾ ਗਰੀਬ ਹੈ ਜਾਂ ਮਜ਼ਦੂਰਾਂ ਦੇ ਜਿਹੜੇ ਹੈ ਉਹ ਬੱਚਿਆਂ ਦੀ ਉੱਥੇ ਲਿਸਟ ਆਲਰੇਡੀ ਹੈਗੀ ਹੈ। ਸੋ ਦੋਸਤੋ, ਅਗਲੀ ਵਾਰ ਫੇਰ ਮੁਲਾਕਾਤ ਹੋਏਗੀ। ਅੱਜ ਦੇ ਐਪੀਸੋਡ 'ਚ ਬਸ ਇੰਨਾ ਹੀ। ਅਟਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜੁੜਨ ਦੇ ਲਈ। ਤੇ ਆਓ ਸੰਗਤਾਂ ਤੋਂ ਲੈਂਦੇ ਹਾਂ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।